ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹਲਾ ਪੰਜਵਾ। ਚੌਪਦੇ ਕਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਦਰੀ ਆਵੈ ਤਿਸ ਸਿਉ ਮੋਹ, ਕਿਉ ਮਿਲੀਐ ਪ੍ਰਭ ਅਬਿਨਾਸੀ ਤੋ। ਨਦਰੀ ਆਵੈ ਤਿਸ ਸਿਉ ਮੋਹ, ਕਿਉ ਮਿਲੀਐ ਪ੍ਰਭ ਅਬਿਨਾਸੀ ਤੋ। ਕਰ ਕਿਰਪਾ ਮੋਹਿ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ। ਕਿਉ ਤਰੀਐ ਬਿਖਿਆ ਸੰਸਾਰ, ਸਤਿਗੁਰ ਬੋਹਿਤ ਪਾਵੈ ਪਾਰ। ਰਹਾਉ ਪੌਣ ਚੁਲਹਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰ ਸੇ। ਹਰਖ ਸੋਗ ਤੇ ਰਹਿ ਨਿਆਰਾ, ਸਿਰ ਉਪਰ ਆਪ ਗੁਰੂ ਰਖਵਾਰਾ। ਪਾਇਆ ਵੇੜ ਮਾਇਆ ਸਰਬ ਭੁਯੰਗਾ, ਹਉ ਮੈਂ ਪਚੇ ਦੀਪਕ ਦੇਖ ਪਤੰਗਾ। ਸਗਲ ਸ਼ਿੰਗਾਰ ਕਰੇ ਨਹੀਂ ਪਾਵੈ, ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ। ਹਉ ਫਿਰੋਂ ਉਦਾਸੀ ਮੈਂ ਇੱਕ ਰਤਨ ਦਰਸਾਇਆ, ਨਿਰਮੋਲਕ ਹੀਰਾ ਮਿਲੈ ਨਾ ਉਪਾਇਆ। ਹਰ ਕਾ ਮੰਦਰ ਤਿਸ ਮਹਿ ਲਾਲ, ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ। ਜਿਨ ਚਾਖਿਆ ਤਿਸ ਆਇਆ ਸਾਧ, ਜਿਉ ਗੂੰਗਾ ਮਨ ਮਹਿ ਬਿਸਮਾਦ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਜਿਨ ਚਾਖਿਆ ਤਿਸ ਆਇਆ ਸਾਧ, ਜਿਉ ਗੂੰਗਾ ਮਨ ਮਹਿ ਬਿਸਮਾਦ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਢਲਦੀ ਸ਼ਾਮ ਸੰਗਤ ਦਾ ਸਮਾਂ ਅਸੀਂ ਪ੍ਰਾਪਤ ਕੀਤਾ ਹੈ। ਗੁਰਬਾਣੀ ਕੀਰਤਨ ਆਪ ਸਰਵਨ ਕਰ ਰਹੇ ਸੀ। ਹੁਣ ਅਗਲੇ ਸਮੇਂ 'ਚ ਗੁਰ ਸ਼ਬਦ ਵਿਆਖਿਆ ਹੈ। ਇਸ ਅੰਦਰ ਬਿਲਾਵਲ ਰਾਗ ਇਹ ਚੱਲ ਰਿਹਾ ਹੈ। ਬੀਤੇ ਦੇ ਵਿੱਚ ਅਸੀਂ ਗੁਰੂ ਰਾਮਦਾਸ ਸਾਹਿਬ ਮਹੱਲੇ ਚੌਥੇ ਦੇ ਸਿਰਨਾਵੇਂ ਹੇਠ ਸ਼ਬਦਾਂ ਨੂੰ ਵਿਚਾਰਦੇ ਸੀ। ਅੱਜ ਤੋਂ ਸਿਰਨਾਵਾਂ ਬਦਲ ਰਿਹਾ ਹੈ। ਰਾਗ ਬਿਲਾਵਲ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਸਾਹਿਬ, ਉਹਨਾਂ ਦੀ ਇਹ ਪਾਵਨ ਰਚਨਾ ਸਾਨੂੰ ਪ੍ਰਾਪਤ ਹੈ, ਜੋ ਸੰਪੂਰਨ ਸਿਰਨਾਵਾਂ ਆ। ਉਹ ਹੈਗਾ ਚੌਪਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਚੌਪਦਿਆਂ ਦਾ ਬਚਨ ਭਾਵ ਚਾਰ ਪਹਿਰਿਆਂ ਵਾਲੀ ਰਚਨਾ ਹੈ। ਕਰ ਪਹਿਲਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਨੇ ਭਾਈ। ਜਦੋਂ ਗਾਇਆ ਜਾਏ ਉਸ ਨੂੰ ਵਕਤ ਸੁਰ ਮੁਜਬ, ਜਿੱਥੇ ਬਿਲਾਵਲ ਲਿਆ ਤਾਲ ਮੁਜਬ, ਉੱਥੇ ਪਹਿਲਾ ਕਰ ਪ੍ਰਯੋਗ ਵਿੱਚ ਹੈ। ਇਸ਼ਟ ਦਾ ਮੰਗਲ ਹੈ। ਮੂਲ ਮੰਤਰ ਦਾ ਸੰਕਸ਼ਿਪਤ ਸਵਰੂਪ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓੰਕਾਰ ਅਵਿਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ, ਜਿਸ ਨਾਲ ਸਾਂਝ ਸਿੱਧੀ ਪ੍ਰਾਪਤੀ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਨਵਾਜ਼ਿਸ਼ ਨਾਲ ਹੋ ਸਕਦੀ ਹੈ। ਅਤੇ ਇੱਥੇ ਸੱਚੇ ਗੁਰੂ ਦਾ ਮਾਇਨਾ
ਉਸ ਇੰਸਟੀਟਿਊਸ਼ਨ ਦਾ ਆ ਜਿਹੜਾ ਸੱਚ ਵਿੱਚੋਂ ਹੀ ਆਇਆ ਆ, ਸ਼ਬਦ ਰੂਪ ਹੋ ਕੇ, ਸਿੱਖਿਆ ਰੂਪ ਹੋ ਕੇ, ਜੋਤ ਰੂਪ ਹੋ ਕੇ, ਪ੍ਰਕਾਸ਼ ਰੂਪ ਹੋ ਕੇ, ਤੇ ਉਸ ਪ੍ਰਕਾਸ਼ਨਾ ਨੂੰ ਸਾਡੇ ਤੱਕ ਪਹੁੰਚਦਾ ਕਰਨ ਵਾਸਤੇ ਕੰਪਲੀਟ ਸੰਸਥਾ ਸਟੈਬਲਿਸ਼ ਕੀਤੀ ਗਈ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਇਸ ਨੂੰ ਗੁਰਪ੍ਰਸਾਦ ਜਾਂ ਸਤਿਗੁਰ ਪ੍ਰਸਾਦ ਦੇ ਰੂਪ ਵਿੱਚ ਬਿਆਨ ਕਰਦੇ, ਇੱਕ ਜੀਵਨ ਜਾਚ ਜਿਹੜੀ ਗੁਰ ਹੋ ਕੇ ਸਾਡੇ ਜੀਵਨ ਵਿੱਚ ਵਰਤਦੀ। ਸੋ ਉਹਦੀ ਬਾਤ ਹੁੰਦੀ ਹੈ ਇੱਥੇ ਸਤਿਗੁਰ ਪ੍ਰਸਾਦ। ਅੱਗੇ ਵਾਕ ਪ੍ਰਾਰੰਭ ਹੋ ਰਿਹਾ ਹੈ। ਰਹਾਉ ਦੇ ਪਦੇ ਤੋਂ ਹੀ ਵਿਚਾਰ ਦਾ ਆਗਾਜ਼ ਕਰਾਂਗੇ। ਗੁਰਦੇਵ ਜ਼ਿਕਰ ਕਰਦੇ ਨੇ, ਕਿਉਂ ਤਰੀਐ ਵਿਖਿਆ ਸੰਸਾਰ, ਸਤਿਗੁਰ ਬੋਹਿਤ ਪਾਵੈ ਪਾਰ। ਰਹਾਉ, ਕਿਉਂ ਤਰੀਐ ਸਵਾਲੀਆ ਨਿਸ਼ਾਨ ਹੈ, ਕਿਸ ਤਰੀਕੇ ਦੇ ਨਾਲ, ਹਾਊ ਟੂ ਸਵਿਮ ਔਰ ਯੂ ਕੈਨ ਸੇ ਕਮ ਆਊਟ ਆਫ ਵਿਖਿਆ ਸੰਸਾਰ, ਦਾ ਓਸ਼ਨ ਆਫ ਪੋਇਜ਼ਨ, ਜਿਹੜਾ ਜ਼ਹਿਰ ਦਾ ਇੱਕ ਪੂਰਾ ਦਾ ਪੂਰਾ ਸਾਗਰ ਹੈ। ਇਹਦੇ ਬਾਬਤ ਇਸ ਤਰ੍ਹਾਂ ਜਾਣੋ, ਮੈਟਾਫੋਰ ਆ, ਮਸਾਲੀ ਬਾਤ ਆ। ਹੁਣ ਵਿਖਿਆ ਸੰਸਾਰ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋਗੀਆਂ ਦੇ ਨਾਲ ਗੁਰੂ ਸਾਹਿਬ ਦੀ ਚਰਚਾ ਪੜ੍ਹਦੇ ਹਾਂ। ਵੱਖਰੇ ਵੱਖਰੇ ਜਗ੍ਹਾ 'ਤੇ ਸ਼ਬਦ ਆਉਂਦੇ ਨੇ। ਸਿੱਧ ਗੋਸ਼ਟ ਪੂਰੀ ਰਚਨਾ ਆਉਂਦੀ ਹੈ ਜਿਹਦੇ 'ਚ ਸਿੱਧਾਂ ਦੇ ਨਾਲ ਬੜੀ ਲੰਮੀ ਚੌੜੀ ਗੁਰੂ ਮਹਾਰਾਜ ਜੀ ਦੀ ਚਰਚਾ ਹੈ। ਉਹ 'ਚ ਇੱਕ ਜਗ੍ਹਾ ਸਵਾਲ ਦੇ ਰੂਪ ਵਿੱਚ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਮਹਾਰਾਜ ਜੀ ਦੇ ਸਾਹਮਣੇ। ਜੋਗੀ ਜਦੋਂ ਸਵਾਲੀਆ ਰੂਪ ਵਿੱਚ ਬਾਤ ਕਰਦੇ, ਉਹ ਬਿਆਨ ਕਰਦੇ ਨੇ ਕਿ ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਉਧੂ ਨਾਨਕ, ਦੇਹੁ ਸੱਚਾ ਵਿਚਾਰੋ। ਜੋਗੀ ਚਰਪਟਨਾਥ ਗੁਰੂ ਨਾਨਕ ਸਾਹਿਬ ਨੇ ਸਵਾਲ ਕਰਦਾ, ਦੁਨੀਆ ਸਾਗਰ ਦੁੱਤਰ ਕਹੀਐ, ਇਹ ਕਿਹਾ ਜਾਂਦਾ ਹੈ ਇਹ ਸੰਸਾਰ ਦੁੱਤਰ ਆ। ਦੁੱਤਰ ਦਾ ਮਤਲਬ ਹੈ ਜਿਹਦੇ ਤੋਂ ਪਾਰ ਨਹੀਂ ਹੋਇਆ ਜਾ ਸਕਦਾ, ਪੋਸੀਬਿਲਿਟੀ ਹੀ ਨਹੀਂ ਅਸੀਂ ਸੰਸਾਰ ਤੋਂ ਬਾਹਰ ਆ ਸਕੀਏ। ਤੇ ਇੱਥੇ ਸੰਸਾਰ ਦਾ ਮਾਇਨਾ ਵੀ ਕੈਨ ਸੇ ਵਰਲਡਲੀ ਥਿੰਗ ਔਰ ਵਰਲਡ ਇਟ ਸੈਲਫ, ਬਟ ਇਹਦੀ ਜਿਹੜੀ ਅੰਡਰਸਟੈਂਡਿੰਗ ਆ ਰਹੀ ਹੈ ਉਹ ਹੈ ਕਿ ਸੰਸਾਰ ਦਾ ਮਤਲਬ ਕੀ ਹੈ। ਸੰਸਾਰ ਦਾ ਮਤਲਬ ਹੈ ਜੋ ਅਸੀਂ ਇਸ ਜਗਤ ਵਿੱਚ ਰਹਿ ਕੇ ਐਕਸਪੀਰੀਅੰਸ ਕਰਦੇ ਹਾਂ, ਲਰਨ ਕਰਦੇ ਹਾਂ, ਅਤੇ ਜਿਹਦੇ ਵਿੱਚ ਫਿਰ ਅਸੀਂ ਮੋਸਟਲੀ ਆਪਣੇ ਆਪ ਨੂੰ ਬੜਾ ਮਤਲਬ ਐਕਸਪਰਟ ਕਰ ਲੈਂਦੇ ਹਾਂ ਹੌਲੀ ਹੌਲੀ ਕਰਕੇ। ਉਹ ਐਕਸਪਰਟੀਜ਼ ਹੁੰਦੀਆਂ ਕੀ ਨੇ? ਚਲਾਕੀ, ਕਲੈਵਰਨੈਸ, ਕਲੈਵਰ ਮਾਈਂਡ ਯੂਜ਼ ਕਰਨਾ, ਮਤਲਬ ਹਰ ਵਕਤ ਕਿਸੇ ਕਜ਼ਾਕ ਬਿਰਤੀ 'ਚ ਰਹਿਣਾ, ਕਿਸੇ ਨੂੰ ਕੁਝ ਦੱਸਣਾ, ਕਿਸੇ ਦਾ ਕੁਝ ਕਹਿ ਲੈਣਾ, ਕਿਸੇ ਨੂੰ ਕੁਝ ਪੁੱਛਣਾ। ਸੰਸਾਰ ਇਸ ਕਿਸਮ ਨਾਲ ਚੱਲਦਾ, ਸੱਚ ਬੋਲ ਕੇ ਨਾ ਚੱਲਦਾ, ਰਿਐਲਿਟੀ 'ਚ ਰਹਿ ਕੇ ਨਾ ਚੱਲਦਾ, ਆਉਣਾ ਸੱਜਿਓਂ ਤੇ ਦੱਸਣਾ ਖੱਬਿਓਂ, ਐਵੇਂ ਚੱਲਦਾ। ਤੇ ਇਸੇ ਤਰੀਕੇ ਨਾਲ ਫਿਰ ਸਭ ਨੂੰ ਪਤਾ ਵੀ ਹੁੰਦਾ ਵੀ ਇਸੇ ਤਰ੍ਹਾਂ ਹੀ ਹੁੰਦਾ ਆ। ਮਤਲਬ ਇੱਕ ਅਜੀਬ ਤਰ੍ਹਾਂ ਦੀ ਫਿਰ ਇਹ ਹੈ, ਕੋਈ ਲਾਈਨ 'ਤੇ ਹੋਏ ਕਿਤੇ ਜਿੱਥੇ ਲਾਈਨ ਨਹੀਂ ਗੀ। ਜਿਵੇਂ ਫਿਲਾਸਫੀ 'ਚ ਆਪਾਂ ਚਲੇ ਜਾਈਏ, ਜੇ ਫਿਲਾਸਫੀ 'ਚ ਕਿਹਾ ਜਾਂਦਾ ਹੈ ਕਿ ਦੇਰ ਆਰ ਟੂ ਟਾਈਪ ਆਫ ਸਟੇਟਮੈਂਟਸ। ਵਨ, ਦਿਸ ਪਰਸਨ ਇਜ਼ ਲਾਇੰਗ, ਯੈਸ, and second, if we want to politically correctness, then this person is not telling truth. The second one is when we use this kind of statement, that means we are not blaming that person at all. ਅਸੀਂ ਹੁਣ ਕੀ ਆ, ਹੁਣ ਸੱਚ ਹੀ ਬੋਲ ਰਹੇ ਹਾਂ, ਪਰ ਆਪਾਂ ਇਹ ਕਹਿ ਰਹੇ ਹਾਂ ਕਿ ਸੱਚ ਨਹੀਂ ਦੱਸ ਰਿਹਾ। ਜੇ ਆਪਾਂ ਇਹ ਕਹਿੰਦੇ ਹਾਂ ਕਿ ਨਹੀਂ ਝੂਠ ਬੋਲ ਰਿਹਾ ਆ, ਇਹਦਾ ਮਤਲਬ ਅਸੀਂ ਉਹਦੇ 'ਤੇ ਬਲੇਮ ਜਿਹੜਾ ਆ ਉਹ ਲਗਾ ਰਹੇ ਹਾਂ। ਸੋ ਇਹੋ ਜਿਹੀ ਜਿੱਥੇ ਐਕਸਪਲੇਨੇਸ਼ਨ ਹੋਏ ਜਿਸ ਦੁਨੀਆ ਦੇ ਵਿੱਚ, ਜਿਸ ਸੰਸਾਰ ਦੇ ਵਿੱਚ, ਉੱਥੇ ਫਿਰ ਬੰਦੇ ਨੂੰ ਭੁੱਲ ਜਾਂਦਾ ਸੱਚ ਕੀ ਹੈ ਅਤੇ ਝੂਠ ਕੀ ਹੈ। ਫਿਰ ਅੱਜ ਦੀ ਦੁਨੀਆ ਤਾਂ ਐਸੀ ਹੈ ਕਿ ਵੀ ਕਿਹਾ ਜਾਂਦਾ ਹਰ ਇੱਕ ਦਾ ਆਪਣਾ ਸੱਚ ਹੈ। ਮੇਰਾ ਆਪਣਾ ਸੱਚ ਹੈ, ਤੁਹਾਡਾ ਆਪਣਾ ਸੱਚ ਹੈ, ਦੂਜੇ ਦਾ ਆਪਣਾ, ਤੀਜੇ ਦਾ ਆਪਣਾ। ਕਿਸ ਸੱਚ ਨੂੰ ਮੰਨਿਆ ਜਾਏ? ਫਿਰ ਹੋਰ ਸਿੱਧੇ ਤੌਰ 'ਤੇ ਆ ਜਾਈਏ, ਸਾਨੂੰ ਜਿਸ ਮੁਬਾਲਿਕ 'ਚ ਅਸੀਂ ਆ ਗਏ ਹਾਂ, ਇੱਥੇ ਇੱਕੋ ਹੀ ਕ੍ਰਾਈਟੀਰੀਆ ਹੈ। ਇਫ ਸਮਥਿੰਗ ਇਜ਼ ਲੀਗਲ that is acceptable, if something is illegal that is not acceptable। ਚਲੋ ਜੀ, ਲੀਗਲ ਟਰਮਨੋਲੋਜੀ ਇੱਥੇ ਯੂਜ਼ ਹੋ ਗਈ, ਲੀਗਲ ਤੇ ਇਲੀਗਲ। ਬਾਏ ਚਾਂਸ ਕੁਦਰਤੀ ਤੌਰ 'ਤੇ ਚੀਜ਼ਾਂ ਜਿਵੇਂ ਅੱਖਾਂ ਦੇ ਸਾਹਮਣੇ ਆਉਂਦੀਆਂ ਜਾਂ ਬੰਦੇ ਦੇ ਐਕਸਪੀਰੀਅੰਸ ਵਿੱਚ ਆਉਂਦੀਆਂ, ਇੱਥੇ ਅਸੀਂ
ਕੈਨੇਬਿਸ ਨੂੰ, ਮੈਰੂਆਨਾ ਨੂੰ ਡੀਕ੍ਰਿਮੀਨਲਾਈਜੇਸ਼ਨ ਹੁੰਦਿਆਂ ਦੇਖਿਆ। ਸੋ ਅੰਡਰ ਦਾ ਇੰਪਰੈਸ਼ਨ ਆਫ ਡੀਕ੍ਰਿਮੀਨਲਾਈਜੇਸ਼ਨ ਮੀਨ ਉਸ ਨੂੰ ਰੈਕ੍ਰੀਏਸ਼ਨ ਦੇ ਅੰਦਰ ਲੀਗਲਾਈਜ਼ ਕੀਤਾ ਗਿਆ। ਠੀਕ ਹੈ ਜੀ। ਕੋਈ ਸਟੱਡੀ ਨਹੀਂ ਸੀ ਬਹੁਤ ਲੰਬੀ ਚੌੜੀ, ਕਿਉਂਕਿ ਬੜਾ ਨਵਾਂ ਸਬਸਟੈਂਸ ਆ ਲੋਕਾਂ ਵਾਸਤੇ ਇਸ ਤਰੀਕੇ ਦੇ ਨਾਲ, ਯੂਜ਼ਰਸ ਲਈ ਅਤੇ ਹੋਰ ਵੀ ਉਸ ਰੂਪ ਵਿੱਚ। ਅਤੇ ਉਹਦੇ ਬਾਬਤ ਅੱਜ ਹੀ ਮੈਡੀਕਲ ਰਿਪੋਰਟ ਆਈ ਸਟੇਟਸ ਦੇ ਵਿੱਚ, ਅਤੇ ਜਿਹਦੇ ਪਤਾ ਲੱਗਾ ਕਿ ਪੀਪਲ ਹੂ ਆਰ ਯੂਜ਼ਿੰਗ ਦਿਸ ਸਬਸਟੈਂਸ their heart attack risk is 4% high compared to other population। ਹੋਰ ਬਹੁਤ ਸਾਰੀਆਂ ਮੈਡੀਕਲ ਇਹੋ ਜਿਹੀਆਂ ਚੀਜ਼ਾਂ ਆਈਆਂ। ਮਤਲਬ ਲੀਗਲ ਤੇ ਇਲੀਗਲ ਦੀ ਇੱਕ ਛਾਪ ਦੇ ਅੰਦਰ ਚੀਜ਼ਾਂ ਲਿਆਂਦੀਆਂ ਗਈਆਂ, ਤੇ ਉਹਦੇ ਬਾਬਤ ਇਹ ਕਿਹਾ ਗਿਆ ਕਿ ਠੀਕ ਆ ਕਿ ਗਲਤ ਆ, ਬਸ ਇੱਥੋਂ ਹੀ ਪਤਾ ਲੱਗ ਜਾਏ। ਮੈਂ ਪਤਾ ਨਹੀਂ ਕਿਤਨੇ ਸੈਂਕੜੇ ਕੇਸਿਸ ਹੋਣਗੇ ਜਿਹਦੇ 'ਚ ਮਾਂ ਬਾਪ ਜਿਨ੍ਹਾਂ ਨੂੰ ਕੁਝ ਲੈਂਗੁਏਜ ਬੈਰੀਅਰਸ ਨੇ, ਕੈਨੇਡੀਅਨ ਨਾਰਥ ਅਮੈਰੀਕਨ ਐਕਸਪੀਰੀਅੰਸਿਸ ਬੈਰੀਅਰ ਰਹਿ ਗਏ ਨੇ, ਅਤੇ ਉਹਨਾਂ ਦੇ ਜਦੋਂ ਬੱਚੇ ਟੀਨ ਜਾਂ ਅਰਲੀ ਟੀਨ 'ਚੋਂ ਲੰਘਦੇ, ਅਤੇ ਉਹਨਾਂ ਦੇ ਕੋਲ ਇੱਕ ਹੀ ਜਵਾਬ ਹੁੰਦਾ ਕਿ ਯੂ ਗਾਇਜ਼ ਡੋਂਟ ਨੋ ਐਨੀਥਿੰਗ। ਪੇਰੈਂਟਸ ਨੂੰ ਵੈਰੀ ਸਿੰਪਲ। ਮਤਲਬ ਮਾਂ ਬਾਪ ਵੀ ਚੁੱਪ ਕਰ ਜਾਂਦੇ ਵੀ ਵਾਕਿਆ 'ਚ ਸਾਨੂੰ ਕੁਛ ਨਹੀਂ ਪਤਾ ਹੋਣਾ ਭਾਈ। ਹੁਣ ਗੱਲ ਇਹ ਹੈ ਕਿ ਵਟ ਡੂ ਯੂ ਮੀਨ ਬਾਏ we don't know anything? If we don't know, then it's your duty. You have to teach us what we don't know. And suppose you don't want to learn, that is also beta your duty, because you notice it. I never experienced it that I'm not able to learn anything. So now you have to work with me and help me. Then I need more help. Then you have to actually make me a learner or student. ਹੁਣ ਇਹ ਹੈ, I don't want to talk to you. That is your actually own, you can say, choice. But whenever you're ready, I'm ready. I'm always ready to learn, to talk, to make communication. ਹੁਣ ਸਾਰੀ ਗੇਂਦ ਉਹਦੇ ਪਾਲ 'ਚ ਇੰਪਾਵਰਮੈਂਟ ਦੇਤੀ, ਭਾਈ ਗੱਲ ਕਰ ਸਾਡੇ ਨਾਲ। ਹੁਣ ਬੱਚਿਆਂ ਦਾ ਇੱਕ ਜਵਾਬ ਹੁੰਦਾ ਕਿ what do you think? Canadian government is full. What do you think? People who are legalizing it, who are advocating it on higher level, authority level, are they all dumb? Just only you know everything. What do you know about science? What do you know about pharmacology or medical world? ਇਹੋ ਜਿਹੀਆਂ ਗੱਲਾਂ ਹੁੰਦੀਆਂ। ਹੁਣ ਡੈਫੀਨੇਟਲੀ ਇੱਥੇ ਜਾ ਕੇ ਮਾਂ ਬਾਪ ਜਿਹੜੇ ਨੇ ਉਹਨਾਂ ਕੋਲ ਕੋਈ ਚੋਇਸ ਨਾ ਹੁੰਦੀ, ਚੁੱਪ ਕਰ ਜਾਂਦੇ, ਕੀ ਕਿਹਾ ਜਾਏ। ਇੱਥੇ ਫਿਰ ਲੀਗਲ ਤੇ ਇਲੀਗਲ ਇਹਦਾ ਜਿਹੜਾ ਆ ਇਸ ਤਰੀਕੇ ਦਾ ਬੈਟਲ ਖੜਾ ਹੋ ਜਾਂਦਾ। ਜਾਂ ਇਹੋ ਜਿਹੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਸੰਸਾਰ ਕੀ ਹੈ? ਸੰਸਾਰ ਇਹ ਹੈ ਜਿਹਦੇ ਵਿੱਚ ਬਹੁਤਾਇਤ ਇਹੋ ਜਿਹੀ ਚੀਜ਼ਾਂ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ, ਇਹੋ ਜਿਹੀਆਂ ਚੀਜ਼ਾਂ ਨੂੰ ਫੋਲੋ ਕਰ ਲਿਆ ਜਾਂਦਾ, ਅਡੋਪਟ ਕਰ ਲਿਆ ਜਾਂਦਾ, ਅਪਣਾ ਲਿਆ ਜਾਂਦਾ ਬਿਨਾਂ ਸੋਚੇ ਸਮਝੇ, ਜਿਨ੍ਹਾਂ ਦੇ ਲੌਂਗ ਟਰਮ ਦੇ ਵਿੱਚ ਬਹੁਤ ਗਹਿਰੇ ਨੈਗੇਟਿਵ ਕੌਨਸੀਕੁਐਂਸਿਸ ਫੇਸ ਕਰਨੇ ਪੈਂਦੇ। ਜਿਨ੍ਹਾਂ ਲੋਕਾਂ ਨੇ ਇਹੋ ਜਿਹੀ ਚੀਜ਼ ਕਿਤੇ ਦੇਖੀ, ਉਹਨਾਂ ਫਿਰ ਕਿਹਾ ਸੰਸਾਰ ਹੀ ਛੱਡੋ, ਲੈਟਸ ਰੀਨਾਊਂਸ ਦਿਸ ਵਰਲਡ, ਕਿਉਂਕਿ ਕੁਛ ਵੀ ਤੇ ਪਤਾ ਨਹੀਂ ਲੱਗ ਰਿਹਾ ਕੀ ਕੀਤਾ ਜਾਏ ਕੀ ਨਾ ਕੀਤਾ ਜਾਏ। ਇਹਨੂੰ ਡੁਐਲਿਟੀ ਜਾਂ ਦੁਬਿਧਾ ਦੇ ਵਿੱਚ ਕਹਿੰਦੇ ਆ। ਇਹੋ ਜਿਹਾ ਡਾਇਲੇਮਾ ਜਿਹੜਾ ਆ, ਇਹ ਬੰਦੇ ਨੂੰ ਬਿਲਕੁਲ ਕਿਨਾਰੇ ਤੇ ਹਾਸ਼ੀਏ ਤੇ ਲੈ ਆਉਂਦਾ ਸੰਸਾਰ ਦੇ ਵਿੱਚ। ਇਹਦੇ 'ਚੋਂ ਬੈਰਾਗੀ ਹੋ ਗਏ, ਜੋਗੀ ਹੋ ਗਏ, ਇਹੋ ਜਿਹੇ ਲੋਕ ਪੈਦਾ ਹੋਣੇ ਸ਼ੁਰੂ ਹੋ ਗਏ। ਅੱਜ ਦੀ ਦੁਨੀਆ 'ਚ ਅਸੀਂ ਦੇਖਦੇ ਹਾਂ, ਜਿਵੇਂ ਖਾਸ ਕਰਕੇ ਮੈਂ ਦੇਖਦਾ ਕਿ ਪੇਰੈਂਟਸ ਜਿਵੇਂ ਐਕਸਪੀਰੀਅੰਸ ਕਰਦੇ ਨੇ ਅੱਜ ਕੱਲ੍ਹ ਸੰਸਾਰ ਨੂੰ, ਅਤੇ ਉਹ ਫਿਰ ਕਈ ਵਾਰੀ ਕਹਿੰਦੇ ਨੇ ਵੀ ਇਸ ਵਿੱਚ ਚੰਗਾ ਬੰਦਾ ਨਾ ਬਸ ਬੱਚਿਆਂ ਦੇ ਬਾਰੇ ਸੋਚੇ ਨਾ ਦੁਨੀਆ ਦੇ ਵਿੱਚ। ਇਹ ਦੁਨੀਆ ਐਡੀ ਮਾੜੀ ਹੋ ਗਈ ਜੀ, ਬੱਚੇ ਪਾਲਣੇ ਬੜੇ ਔਖੇ ਨੇ, ਇਹਨਾਂ ਨੂੰ ਸੰਭਾਲਣਾ ਬੜਾ ਔਖਾ। ਇਹੋ ਜਿਹੀਆਂ ਚੀਜ਼ਾਂ ਅਕਸਰ ਸੰਸਾਰੀ ਤੌਰ 'ਤੇ ਅਸੀਂ ਵੇਖਦੇ, ਐਕਸਪੀਰੀਅੰਸ ਕਰਦੇ ਚੀਜ਼ਾਂ ਨੂੰ। ਜਿਹੜੀ ਹੁਣ ਬਾਤ ਗੁਰੂ ਬਾਬਾ ਜੀ ਦੇ ਸਾਹਮਣੇ ਜੋਗੀ ਕਰ ਰਿਹਾ ਹੈ 500 ਸਾਲ ਪਹਿਲਾਂ, ਉਹ ਇਹੋ ਹੀ ਗੱਲ ਕਹਿ ਰਿਹਾ ਹੈ। ਉਹ ਕਹਿ ਰਿਹਾ, ਬਾਬਾ ਨਾਨਕ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਸਾਡੇ ਕੋਲ ਆਏ ਹੋ, ਵਾਪਸ ਚੱਲੋ। ਆਪ ਫੋਕਲੋਰ ਪੜ੍ਹੋ ਕਦੇ ਹੀ, ਅਤੇ ਫੋਕਲੋਰ 'ਚ ਇਹ ਚੀਜ਼ਾਂ ਮਿਲਦੀਆਂ ਸਾਨੂੰ ਕਿ ਆਪਨੇ ਕਦੀ ਲੋਕ ਕਾਫੀਆ ਸੁਣਿਆ ਹੋਏ, ਜੋਗੀ ਉਤਰ ਪਹਾੜੋਂ ਆਏ ਚਰਖੇ ਦੀ ਹੂਕ ਸੁਣ ਕੇ। ਹੁਣ ਜਿਹੜੀ ਚਰਖੇ ਦੀ ਹੂਕ ਆ, ਅਸਲ ਦੇ 'ਚ ਚਰਖਾ ਜਿਹੜਾ ਆ
ਇਹ ਲੋਕ ਗੀਤਾਂ ਦਾ ਸੈਂਟਰਲ ਸਬਜੈਕਟ ਆ। ਬਿਲਕੁਲ ਇਹਦੇ ਆਲੇ ਦੁਆਲੇ ਬਹੁਤ ਸਾਰਾ ਲੋਕ ਕਾਫੀਆ ਜਿਹੜਾ ਹੈ ਚੱਲਦਾ ਆ। ਇਹਦਾ ਕਾਰਨ ਇਹ ਹੈ ਕਿ ਚਰਖਾ ਸਵਾਣੀ ਚਲਾਉਂਦੀ ਹੈ। ਚਰਖੇ ਦੇ ਵਿੱਚ ਜਿਹੜਾ ਸਮਾਨ ਸਾਰਾ ਯੂਜ਼ ਕੀਤਾ ਜਾਂਦਾ ਆ, ਖਾਸ ਕਰਕੇ ਰੂੰ ਵਗੈਰਾ, ਉਹ ਉਸ ਘਰ ਦੇ ਵਿੱਚ ਜਿਹੜਾ ਘਰ ਦਾ ਆਗੂ ਹੈ ਉਹ ਪੈਦਾਇਸ਼ ਵਿੱਚ ਲੈ ਕੇ ਆਉਂਦਾ। ਉਹ ਕਪਾਹ ਬੀਜਦਾ, ਗੋਡਦਾ, ਸਭ ਕਰਦਾ, ਤੇ ਫਿਰ ਕਪਾਹ ਦਾ ਜਿਹੜਾ ਰੂੰ ਆ ਉਹ ਸਵਾਣੀ ਮੇਨ ਫੈਮਿਨਨ ਜਿਹੜਾ ਕੰਟਰੀਬਿਊਟਰ ਆ ਤੇ ਮੈਸਕੂਲਨ ਕੰਟਰੀਬਿਊਟਰ ਹੈ ਜਿਹੜਾ ਘਰ ਦਾ ਖਾਵੰਦ ਆ, ਉਹ ਦੋਵੇਂ ਰਲ ਕੇ ਤੋੜਦੇ, ਲਿਆਉਂਦੇ, ਛੰਡਦੇ, ਸਭ ਕਰਦੇ। ਇੱਕ ਤਰ੍ਹਾਂ ਦੇ ਨਾਲ ਇੱਕ ਗ੍ਰਸਥ ਜੀਵਨ ਨੂੰ ਪੂਰੇ ਨੂੰ ਕੰਬਾਈਨ ਕਰਦਾ ਉਹ। ਫਿਰ ਇਹ ਵੀ ਹੈ ਜਿਹੜਾ ਚਰਖਾ ਆ ਉਹ ਕੱਤਦਾ, ਤੇ ਕੱਤਣਾ ਇਹਨੂੰ ਹੋਰ ਜੇ ਫਿਲਾਸਫੀਕਲ ਸਾਈਡ ਤੇ ਲੈ ਆਈਏ ਤੇ ਅਸਲ ਵਿੱਚ ਜਿਹੜਾ ਜ਼ਿੰਦਗੀ ਦਾ ਜਿਉਣਾ ਆ, ਸਾਰੇ ਦਾ ਸਾਰਾ ਬਣਾਉਣਾ ਆ, ਇਹ ਕੱਤਣਾ ਹੀ ਇੱਕ ਤਰ੍ਹਾਂ ਦਾ। ਅਸੀਂ ਕੱਤ ਹੀ ਰਹੇ ਹਾਂ, ਪੂਣੀਆਂ ਹੀ ਕੱਤ ਰਹੇ ਹਾਂ। ਕਦੀ ਇੱਕ ਛੱਡ ਮਤਲਬ ਪੂਰੀ ਹੁੰਦੀ ਹੈ, ਦੂਜੀ ਤਿਆਰ ਹੋ ਜਾਂਦੀ, ਤੀਜੀ ਇਸ ਰੂਪ ਦੇ ਵਿੱਚ। ਇਹ ਪੂਣੀਆਂ ਗਲੋਟੇ ਕੱਤਦੇ ਆ, ਜ਼ਿੰਦਗੀ ਜਿਹੜੀ ਹੈ ਲੰਘ ਰਹੀ ਹੈ ਇਸ ਰੂਪ ਦੇ ਵਿੱਚ। ਤੇ ਚਰਖੇ ਦੇ ਬਾਬਤ ਕਿਹਾ ਗਿਆ ਕਿ ਚਰਖੇ ਦੀ ਹੂਕ ਅਸਲ 'ਚ ਪਰਿਵਾਰ, ਇਸਤਰੀ, ਬੱਚੇ, ਇਹਨਾਂ ਦੀ ਲੋੜ ਨੂੰ ਐਡਰੈਸ ਕਰਨਾ ਆ, ਇਸ ਰੂਪ ਵਿੱਚ ਬਿਆਨ ਕੀਤਾ ਗਿਆ। ਜੋਗੀ ਪਹਾੜਾਂ ਤੇ ਬੈਠੇ ਸੀ, ਉਹਨਾਂ ਨੂੰ ਘਰਾਂ ਦੇ ਵਿੱਚ ਆਪਣੇ ਗ੍ਰਸਤ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ, ਬਜ਼ੁਰਗ ਮਾਂ-ਬਾਪ ਦੀਆਂ ਲੋੜਾਂ, ਭੈਣ ਭਰਾਵਾਂ ਦੀਆਂ ਲੋੜਾਂ, ਆਪਣੇ ਬੱਚਿਆਂ ਦੇ ਵਿਲਕਦਿਆਂ ਦੀਆਂ ਲੋੜਾਂ, ਉਹ ਯਾਦ ਆਈਆਂ ਤੇ ਉਹ ਪਹਾੜਾਂ ਤੋਂ ਉਤਰ ਕੇ ਜ਼ਿੰਮੇਵਾਰੀ ਵਿੱਚ ਆ ਗਏ। That is coming after Guru Nanak Sahib's message. Otherwise ਗ੍ਰਸਤੀ ਹੋਣਾ ਤੇ ਗੁਨੇਗਾਰ ਹੋਣਾ ਸੀਗਾ। ਗ੍ਰਸਤੀ ਤੇ ਅਸਲ ਵਿੱਚ ਹੈ ਕਿ ਜਿਹੜਾ ਝੂਠ ਬੋਲਦਾ ਹੈ, ਜਿਹੜਾ ਕੂੜ ਕੁਚੱਜ ਵਿੱਚ ਰਹਿੰਦਾ ਹੈ, ਜਿਹੜਾ ਆਲੇ ਦੁਆਲੇ ਨੂੰ ਧੋਖਾ ਦਿੰਦਾ, ਠੱਗਦਾ, ਲੁੱਟਦਾ, ਸਭ। ਤੇ ਲੋਕੀ ਕਈ ਵਾਰੀ ਜਸਟੀਫਾਈ ਵੀ ਕਰਦੇ। ਜਸਟੀਫਾਈ ਇਸ ਤਰ੍ਹਾਂ ਕਰਦੇ, ਸਪੋਜ਼ ਕੋਈ ਕਿਹਾ ਜਾਏ ਕਈ ਵਾਰ ਬੱਚਿਆਂ ਨੂੰ ਟਾਈਮ ਦਿਆ ਕਰੋ, ਭਾਈ ਇਹ ਪਾਲਣਾ ਵੀ ਤੇ ਹੈ ਇਹਨਾਂ ਨੂੰ, ਹੁਣ ਆਖਰਕਾਰ ਇਹਨਾਂ ਦੇ ਹੋਰ ਖਰਚੇ ਵੀ ਪੂਰੇ ਕਰਨੇ, ਇਸ ਕਰਕੇ ਮੈਨੂੰ ਤੇ ਕੰਮ ਤੇ ਜਾਣਾ ਹੀ ਪਏਗਾ 12 ਘੰਟੇ। ਬੜਾ ਵਧੀਆ ਬੰਦਾ ਜਸਟੀਫਾਈ ਕਰ ਲੈਂਦਾ ਇਸ ਚੀਜ਼ ਨੂੰ। ਇਹ ਸੰਸਾਰ ਇਸ ਰੂਪ ਦੇ ਵਿੱਚ ਚੱਲਦਾ। ਬਾਬਾ ਜੀ ਨੇ ਬਿਆਨ ਕੀਤਾ, ਭਾਈ ਕਿਸੇ ਬੈਲੈਂਸਡ ਅਪਰੋਚ ਨੂੰ ਅਡਾਪਟ ਕੀਤਾ ਜਾਏ। ਇਹੋ ਜਿਹੀ ਅਪਰੋਚ ਜਿਹੜੀ ਯਥਾਰਥਕ ਵੀ ਹੋਏ ਤੇ ਡਿਵਾਈਨ ਵੀ ਹੋਏ, ਰੀਅਲਿਸਟਿਕ ਵੀ ਹੋਏ ਤੇ ਡਿਵਾਈਨ। ਇਸ ਕਰਕੇ ਸੱਚਿਆਰ, ਸੱਚ, ਰਿਐਲਿਟੀ ਵੀ ਹੁੰਦੀ ਹੈ, ਸੱਚ ਜਿਹਨੂੰ ਅਸੀਂ ਟਰੂਥਫੁਲਨੈਸ, ਇੰਟੀਗ੍ਰਿਟੀ, ਉਹ ਵੀ ਹੈਗੀ ਹੈ। ਦੋਨੋਂ ਚੀਜ਼ਾਂ ਇਕੱਠੀਆਂ ਹੀ ਨੇ ਅਸਲ 'ਚ, ਕੰਬੀਨੇਸ਼ਨ ਕੀਤਾ ਇਸ ਰੂਪ ਦੇ ਵਿੱਚ। ਹੁਣ ਮੈਂ ਹੋਰ ਸਰਲ ਕਰਕੇ ਬਿਆਨ ਕਰਦਾ ਜੇ ਬਾਤ ਪਕੜ ਚਾਵੇ ਤੇ। ਗੁਰੂ ਨਾਨਕ ਸਾਹਿਬ ਨੇ ਵਸਾਇਆ ਕਰਤਾਰਪੁਰ। ਕਰਤਾਰਪੁਰ ਹੁਣ ਅਕਸਰ ਸੰਗਤਾਂ ਆਉਂਦੀਆਂ, ਬੜੀ ਰੌਣਕ ਲੱਗਦੀ। ਗੁਰੂ ਨਾਨਕ ਸਾਹਿਬ ਨੂੰ ਕੌਣ ਨਹੀਂ ਮਿਲਣਾ ਚਾਹੇਗਾ, ਕੌਣ ਨਹੀਂ ਚਾਹੇਗਾ ਗੁਰੂ ਨਾਨਕ ਸਾਹਿਬ ਨਾਲ ਜਾ ਕੇ ਬਾਤ ਪਾਈ ਜਾਏ। ਧਰਤੀ ਦੇ ਉੱਤੇ ਇੱਕ ਬਿਲਕੁਲ ਰੱਬੀ ਨੂਰ ਜਿਹੜਾ ਆ ਉਹ ਦਗ ਦਗ ਚਮਕ ਰਿਹਾ ਹੈ, ਉਹਦੀ ਰੌਸ਼ਨੀ 'ਚ ਕੌਣ ਬਹਿਣਾ ਨਹੀਂ ਚਾਹੇਗਾ। ਸੋ ਅਕਸਰ ਹੁੰਦਾ ਜੋਗੀ, ਔਲੀਏ, ਸਿਆਣੇ, ਪੀਰ, ਫਕੀਰ, ਵੱਡੇ ਵੱਡੇ ਦਾਨਸ਼ਮੰਦ, ਉਹ ਬਾਬਾ ਨਾਨਕ ਨੂੰ ਵਿਜ਼ਿਟ ਕਰਨ ਲਈ ਆਉਂਦੇ ਕਰਤਾਰਪੁਰ। ਚਰਚਾਵਾਂ ਹੁੰਦੀਆਂ। ਹੁਣ ਕੀ ਹੋਇਆ, ਇੱਕ ਦਿਨ ਕਿਤੇ ਯੋਗੀ ਜਿਹੜੇ ਨੇ ਉਹਨਾਂ ਦਾ ਕੋਈ ਇੱਕ ਵੱਡਾ ਟੋਲਾ ਕਰਤਾਰਪੁਰ ਤੋਂ ਲੰਘ ਰਿਹਾ। ਉੱਤੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਜਾਣਾ ਹੋਣਾ, ਉੱਪਰਲੇ ਪਾਸੇ ਨੂੰ ਕਿਤੇ ਉਹਨਾਂ ਨੇ, ਉਸ ਪਾਸੇ ਨੂੰ। ਤੇ ਉਹ ਆਏ, ਤੇ ਉਹ ਜਿਸ ਵਕਤ ਆਏ ਤੋਂ ਨਾ ਆ ਕੇ ਕੀ ਦੇਖਿਆ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ, ਖਾਸ ਕਰਕੇ ਇੰਝ ਕਹਿ ਲਓ ਕਿ ਪੂਰਾ ਨਗਰ ਹੀ ਉਹ ਪਸ਼ੂ ਸੰਭਾਲ ਰਿਹਾ। ਪਸ਼ੂਆਂ ਦਾ ਉਸ ਵਕਤ ਗੋਬਰ ਵਗੈਰਾ ਲੱਦਿਆ ਜਾ ਰਿਹਾ ਗੱਡਿਆਂ ਤੇ, ਕਿਉਂਕਿ ਕੋਈ ਕੈਟੇਗਰਾਈਜ਼ ਤੇ ਕੀਤਾ ਨਹੀਂ ਸੀ ਗਿਆ ਨਗਰ ਦੇ ਵਿੱਚ ਕਿਸੇ ਨੂੰ ਵੀ ਇਹਦਾ ਆਹ ਕੰਮ ਹੈ, ਇਹਦਾ ਆਹ ਕੰਮ ਹੈ, ਇਹਦਾ ਆਹ ਕੰਮ ਹੈ, ਜਿਵੇਂ ਜਾਤੀਵਾਦ ਹੁੰਦਾ ਆ। ਇਸੇ ਕਰਕੇ ਜਦੋਂ ਪਹਿਲੀ ਵਾਰੀ ਧਰਮਸਾਲ ਦੇ ਸਾਖੀ ਸੁਣਦੇ ਹੋ ਨਾ ਆਪ, ਚੂਹੀ ਮਰ ਜਾਂਦੀ ਹੈ। ਇਹ ਕਿੱਡੀ ਕੁ ਵੱਡੀ ਗੱਲ ਹੈ, ਚੂਹੇ ਦਾ ਮਰ ਜਾਣਾ। ਪਰ ਜਿਨ੍ਹਾਂ ਖਿੱਤਿਆਂ, ਇਲਾਕਿਆਂ ਦੇ ਵਿੱਚ ਜਿਹੜਾ ਕੰਮਕਾਰ ਆ ਉਹ ਕਾਸਟ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੋਏ ਕਿ ਭਾਈ ਇਹ ਇਸੇ ਨੇ ਕੰਮ ਕਰਨਾ ਆ, ਬਸ ਉਹਦਾ ਕੰਮ ਉਹ ਰਾਖਵਾਂ ਹੈਗਾ, ਰਿਜ਼ਰਵ ਹੈਗਾ,
ਮਰੇ ਡੰਗਰ ਕਿਸੇ ਤਰ੍ਹਾਂ ਦਾ ਵੀ ਹੋਏ ਉਹਨੂੰ ਚੁੱਕਣ ਵਾਸਤੇ ਇੱਕ ਜ਼ਾਤ ਦਾ ਕੰਮ ਹੈ। ਅਸੀਂ ਅਕਸਰ ਭਗਤ ਰਵਿਦਾਸ ਜੀ ਸ਼ਬਦਾਂ ਨੂੰ ਪੜ੍ਹਦੇ ਨਾ, ਮੇਰੀ ਜਾਤ ਕੁਟੁੰਬ ਬਾਂਡਲਾ ਢੋਰ ਢਵੰਤਾ ਨਿਤਹਿ ਬਨਾਰਸੀ ਆਸ ਪਾਸਾ। ਮੇਰੀ ਤੇ ਮੇਰੀ ਜ਼ਾਤ ਦੇ ਲੋਕਾਂ ਨੇ ਸਮਾਜ ਵਿੱਚ ਇੱਕੋ ਹੀ ਕੰਮ ਕਰਨਾ ਹੈ। ਸਮਾਜ ਨੇ ਇੱਕੋ ਕੰਮ ਉਹਨਾਂ ਲਈ ਰਾਖਵਾਂ ਰੱਖਤਾ, ਮੋਏ ਡੰਗਰ ਚੁੱਕਣਾ। ਸੋ ਹੋਇਆ ਇਹ, ਧਰਮਸਾਲ ਦੇ ਚੂਹੀ ਮਰ ਗਈ ਤੇ ਬਾਬਾ ਨਾਨਕ ਜੀ ਨੂੰ ਕਿਹਾ ਕਿ ਬਾਬਾ ਜੀ ਚੂਹੀ ਮਰ ਗਈ। ਤੇ ਬਾਬਾ ਜੀ ਕਹਿੰਦੇ ਕਿਹੜੀ ਗੱਲ ਹੈ ਬੇਟਾ, ਸ਼੍ਰੀ ਚੰਦ ਚੂਹੀ ਚੱਕੋ ਤੇ ਬਾਹਰ ਸੱਟੋ। ਹੁਣ ਸ਼੍ਰੀ ਚੰਦ ਉਹ ਕਹਿੰਦਾ ਹੱਦ ਹੋ ਗਈ, ਕਿਉਂਕਿ ਸੁਸਾਇਟੀ ਦੇਖੋ ਬੱਚੇ ਨੂੰ ਤੁਸੀਂ ਨਹੀਂ ਪਾਲਦੇ। ਜੇ ਚੀਜ਼ ਹੁੰਦੀ ਤੇ ਬਾਬਾ ਨਾਨਕ ਜੀ ਦੇ ਪਾਲਦੇ ਬਾਬਾ ਸ਼੍ਰੀ ਚੰਦ ਨੂੰ, ਤੇ ਡੈਫੀਨੇਟਲੀ ਉਹ ਤੇ ਬਾਬਾ ਨਾਨਕ ਜੀ ਵਰਗਾ ਹੁੰਦਾ। ਉਹ ਤੇ ਬਾਬਾ ਨਾਨਕ ਜੀ ਨੇ ਕਿਹਾ ਤੇ ਉਹ ਫੋਲੋ ਕਰ ਜਾਂਦਾ। ਸੁਸਾਇਟੀ ਦਾ ਇਨਫਲੂਐਂਸ ਬੱਚੇ ਤੇ ਹੁੰਦਾ ਆ। ਬੱਚੇ ਦੀ ਆਈਡੀਅਲ ਸੁਸਾਇਟੀ ਹੁੰਦੀ ਹੈ, ਮਾਂ ਬਾਪ ਰੇਅਰਲੀ ਇਹ ਬਹੁਤ ਰੇਅਰ ਹੁੰਦਾ ਹੈ। ਉਹ ਸੁਸਾਇਟੀ ਦੇ ਇਨਫਲੂਐਂਸ ਵਿੱਚ ਹੈ। ਉਹ ਕਹਿੰਦਾ ਹੱਦ ਹੋ ਗਈ ਪਿਤਾ ਜੀ, ਇਹ ਵੀ ਕੋਈ ਗੱਲ ਹੈ। ਮੈਂ ਖੱਤਰੀਆਂ ਦਾ ਬੱਚਾ, ਇਹ ਤੇ ਕੰਮ ਨੀਵੀਂ ਜਾਤ ਵਾਲਿਆਂ ਦਾ, ਮੈਂ ਨਹੀਂ ਕਰਾਂਗਾ। ਹੁਣ ਆਹ ਜਿਹੜੀ ਚੀਜ਼ ਆ ਇਹ ਸਮਾਜ 'ਚ ਇਸ ਰੂਪ ਵਿੱਚ ਵੰਡੀ ਗਈ। ਲੋਕੀ ਧਾਰਮਿਕ ਅਸਥਾਨਾਂ ਤੇ ਵੀ ਤੁਰ ਗਏ, ਆਸ਼ਰਮਾਂ ਵਿੱਚ ਵੀ ਤੁਰ ਗਏ, ਬਹੁਤ ਕੁਝ ਰੂਹਾਨੀ ਤੌਰ ਤੇ ਉਹਨਾਂ ਨੇ ਲਿਖ ਲਿਖਾ ਵੀ ਲਿਆ, ਪੜ੍ਹਾ ਵੀ ਲਿਆ, ਪਰ ਇਹ ਚੀਜ਼ ਨਾ ਟੁੱਟੀ। ਇਹ ਉੱਥੇ ਖੜੀ ਬਾਤ, ਇਹ ਤੇ ਗੁਰੂ ਸਾਹਿਬ ਨੇ ਤੋੜੀ। ਅੱਜ ਵੀ ਤੁਸੀਂ ਜਾਓ, ਖਮੀ ਮਤਲਬ ਬਹੁਤ ਕਮੀਆਂ ਹੋਣਗੀਆਂ, ਖਾਮੀਆਂ ਹੋਣਗੀਆਂ ਸਾਡੇ ਵਿੱਚ। ਗੁਰੂ ਕਾ ਦਰਬਾਰ ਹੈ ਜਾਂ ਸਾਡਾ ਆਲੀਸ਼ਾਨ ਦਰਬਾਰ ਸਾਹਿਬ, ਜਾਓ ਉੱਥੇ, ਮਤਲਬ ਉੱਥੇ ਸੇਵਾ ਕਰਨ ਵਾਲੇ, ਮਤਲਬ ਲੰਗਰ ਵਰਤਾਉਣ ਵਾਲੇ ਹਰ ਲੈਵਲ ਤੇ ਹੈ। ਕੋਈ ਕਿਸੇ ਨੂੰ ਜਾਤ ਪੁੱਛੇਗਾ ਕੌਣ ਹੈ ਭਾਈ ਤੂੰ, ਜਾਤ ਕੀ ਹੈ ਤੇਰੀ। ਇੱਕ ਬਹੁਤ ਵੱਡਾ ਰੈਵੋਲੂਸ਼ਨ ਹੈ ਜਿਹੜਾ ਅਜੇ ਤੱਕ ਵੀ ਸ਼ਾਇਦ ਖਿੱਤੇ 'ਚ ਦਿਸਿਆ ਲੋਕਾਂ ਨੂੰ। ਆਉਂਦੀਆਂ ਸੰਗਤਾਂ ਨੂੰ ਬਸ ਆਵਾਜ਼ਾਂ ਹੀ ਦਿੱਤੀਆਂ ਜਾਂਦੀਆਂ, ਆਓ ਭਾਈ ਆਓ, ਆ ਫੜੋ ਬਾਟੇ, ਆ ਫੜੋ ਭਾਈ, ਆ ਬਰਤਨ ਫੜੋ ਬਈ, ਛਕੋ ਲੰਗਰ ਛਕੋ, ਲਓ ਬਈ ਚਾਹ ਛਕੋ, ਲਓ ਬਈ ਆ ਇਸ ਰੂਪ ਦੇ, ਲਓ ਵੀ ਵਰਤਾਓ। ਸਿੱਧੇ ਤੌਰ ਤੇ ਇਹ ਰੂਪ ਜਿਹੜਾ ਹੈ, ਇਹ ਗੁਰੂ ਬਾਬਾ ਜੀ ਨੇ ਮਤਲਬ ਇੱਕ ਗੜ ਤੋੜਤਾ। ਬ੍ਰਾਹਮਣਿਜ਼ਮ ਦਾ ਗੜ ਐਵੇਂ ਟੁੱਟਾ ਐਕਚੁਅਲ ਲੈਵਲ ਤੇ। ਅਦਰਵਾਈਜ਼ ਅੱਜ ਵੀ ਮੈਂ ਬੀਤੇ 2 ਰੋਜ਼ ਪਹਿਲਾਂ ਕੁਝ ਪੜ੍ਹ ਰਿਹਾ ਸੀ, ਇੱਕ ਬੜਾ ਨਾਮਵਰ ਸ਼ੰਕਰਾਚਾਰਿਆ ਹੈ, ਉਹਨਾਂ ਦੇ ਬੜੇ ਧਾਰਮਿਕ ਸਥਾਨ ਦਾ ਪੀਠਾਧੀਸ਼, ਉਹ ਕਹਿ ਰਿਹਾ ਕਿ ਬਹੁਤ ਵੱਡੀ ਮਤਲਬ ਕਿਸਮਤ ਹੋਏ ਨਾ ਤੇ ਭਾਗ ਜਾਗਣ ਤਾਂ ਕਿਤੇ ਬ੍ਰਾਹਮਣ ਦੇ ਘਰ ਜਨਮ ਹੁੰਦਾ। ਛੋਟੀ ਗੱਲ ਨਹੀਂ ਕੀ ਇਹ ਉਹ ਕੁਝ ਬਿਆਨ ਕਰ ਰਿਹਾ। ਇੱਥੇ ਬਾਤ ਇਹ ਕੀਤੀ ਜਾ ਰਹੀ ਹੈ ਭਾਈ, ਮਤਲਬ ਜਿਹੜਾ ਹੈਗਾ ਇੱਥੇ ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ। ਇੱਥੇ ਜਨਮ ਜਾਤ ਨਹੀਂ ਹੈ, ਕਰਮ ਜਾਤ ਹੈ। ਜੇ ਕਰਮ ਹੀ ਨਹੀਂ ਤੇ ਫਿਰ ਭਾਵੇਂ ਸਵਰਨ ਦੇ ਉਹ ਆ ਰਹੇ ਘਰ ਦੇ ਵਿੱਚੋਂ, ਸਾਡੇ ਵਾਸਤੇ ਤੂੰ ਅਛੂਤ ਹੈ, ਛੂਹਣ ਦੇ ਕਾਬਲ ਨਹੀਂ ਹੈਗਾ, ਕਿਉਂਕਿ ਕਰਮ ਪ੍ਰਧਾਨ ਹੈ। ਤੇ ਕਰਮ ਕੀ ਹੈ ਤੇਰਾ। ਸੋ ਇਸ ਰੂਪ ਵਿੱਚ ਬਾਤ ਹੋਈ ਕਿ ਉਹ ਮੋਈ ਚੋਈ ਨਹੀਂ ਚੁੱਕੇਗਾ, ਕਿਉਂਕਿ ਉਸ ਜਾਤ ਦਾ ਬੰਦਾ ਆਵੇਗਾ ਤੇ ਚੱਕੇਗਾ। ਇਹ ਤੇ ਹੈ ਹੀ ਨਹੀਂ, ਨਗਰ ਨਵਾਂ ਵਸਿਆ, ਇੱਥੇ ਤੇ ਉਹ ਚੀਜ਼ ਸਿਸਟਮ ਹੀ ਤੋੜਤਾ ਸਾਰਾ। ਸੋ ਜਦੋਂ ਜੋਗੀ ਆਏ, ਜੋਗੀਆਂ ਦਾ ਉਹ ਪੂਰਾ ਦਾ ਪੂਰਾ ਟੋਲਾ ਲੰਘਣ ਲੱਗਾ ਇੱਥੋਂ, ਤੇ ਉਸਨੇ ਕੀ ਦੇਖਿਆ ਕਿ ਪਸ਼ੂਆਂ ਦੇ ਗੋਹੇ ਨਾਲ ਲਿਬੜੀਆਂ ਨੇ ਸਾਰੇ ਜੀ, ਉਹ ਗੱਡੇ ਭਰ ਰਹੇ ਨੇ ਗੋਹੇ ਦੇ, ਉਹ ਮਨੂਰ ਚੱਕਿਆ ਜਾ ਰਿਹਾ, ਪਸ਼ੂਆਂ ਦੀ ਸੇਵਾ ਹੋ ਰਹੀ ਹੈ। ਉਹ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ, ਕਹਿ ਲਓ ਕਿ ਇੱਕ ਦੂਜੇ ਦੇ ਨਾਲ ਗੌਸਿਪ ਹੁੰਦੇ ਉਹਨਾਂ ਦੇ, ਇੱਕ ਦੂਜੇ ਦੇ ਨਾਲ ਜਿਹਨੂੰ ਕਹਿ ਲਓ ਕਿ ਕੰਨਾਂ ਦੇ 'ਚ ਕਾਨਾਫੂਸੀ ਹੁੰਦੀ ਕਿ ਉਹ ਦੱਸੋ ਇਹ ਗੁਰੂ ਨਾਨਕ ਨੇ ਕੀ ਕੀਤਾ, ਨਾਨਕ ਤਪਾ ਜੀ ਨੇ ਕੀ ਕਰਤਾ। ਤੇ ਸ਼ੂਦਰ ਹੀ ਬਣਾਤੇ ਸਾਰੇ, ਇਹ ਤੇ ਸਾਰੇ ਹੀ ਅਛੂਤ ਸ਼ੂਦਰ ਤੇ ਗੋਹੇ 'ਚ ਲਿਬੜੇ। ਉਹ ਇਹ ਕਿਹੜੀ ਕਿਰਿਆ ਲਾਤੀ। ਖੈਰ ਬਾਬਾ ਨਾਨਕ ਜੀ ਅਹਿਸਾਸ ਤੇ ਸਾਰੀ ਚੀਜ਼ ਨੂੰ। ਬਾਬਾ ਜੀ ਕਹਿੰਦੇ ਜੋਗੀ ਲੋਕੋ, ਆਹ ਸਮਾਂ ਤੇ ਨਹੀਂ ਚਰਚਾ ਦਾ, ਤੁਸੀਂ ਇੱਕ ਕੰਮ ਕਰੋ, ਤੁਸੀਂ ਜੋ ਹੈ ਬਾਅਦ ਵਿੱਚ ਆਇਓ, ਦੁਪਹਿਰ ਬਾਅਦ ਜਾਂ ਸ਼ਾਮ, ਤੇ ਫਿਰ ਬੈਠ ਕੇ ਗੱਲਬਾਤ ਕਰਾਂਗੇ। ਹੁਣ ਤੇ ਕੰਮੇ ਕਾਰ ਲੱਗੇ ਆ ਸਰੂਪ ਦੇ ਵਿੱਚ। ਖੈਰ ਉਹ ਕਹਿੰਦੇ ਹਾਂ ਬਿਲਕੁਲ ਠੀਕ ਗੱਲ ਹੈ। ਹੁਣ ਤੂੰ ਠਹਿਰਨਾ ਵੀ ਨਹੀਂ ਚਾਹੁੰਦੇ ਵੀ ਕਿਤੇ ਸਾਨੂੰ ਹੀ ਨਾ ਆਵਾਜ਼ ਮਾਰੇ ਜਾਂ ਟੋਕਰਾ ਚਕਾਓ ਕੋਈ, ਇਸ ਕਰਕੇ ਨਿਕਲੋ ਇੱਥੋਂ, ਇਹੋ ਜਿਹੇ ਕੰਮ ਤੇ ਵੈਸੇ ਨਹੀਂ ਖੜਨਾ ਚਾਹੀਦਾ। ਖੈਰ ਉਹ ਚਲੇ ਗਏ।
ਕਿਤੇ ਉਹ 1-2 ਦਿਨ ਬਾਹਰ ਰਹੇ, ਫਿਰ ਆਏ। ਜਿਸ ਦਿਨ ਆਏ ਤੇ ਉਸ ਦਿਨ ਕੀ ਹੋਇਆ, ਉਸ ਦਿਨ ਇਹ ਹੋਇਆ ਕਿ ਉਸ ਦਿਨ ਕੁਝ ਫਸਲ ਤੁਲ ਰਹੀ ਹੈ, ਕੁਝ ਤਕੜੀਆਂ ਲੱਗੀਆਂ ਨੇ, ਕੁਝ ਇਸ ਕਿਸਮ ਦੇ ਨਾਲ ਗੱਲਬਾਤ ਹੋ ਰਹੀ ਹੈ। ਉਹ ਜੋਗੀ ਨੂੰ ਅਹਿਸਾਸ ਹੋਇਆ, ਕਹਿਣ ਲੱਗੇ ਹੱਦ ਹੋ ਗਈ, ਇਹ ਤੇ ਇਕੱਲੇ ਸ਼ੂਦਰ ਨਹੀਂ, ਇਹ ਤੇ ਮਾਇਆ ਧਾਰੀ ਵੈਸ਼ ਬਣ ਗਏ ਨੇ। ਇਹ ਕਿਹੜੇ ਕੰਮ ਅਸੀਂ? ਤੇ ਗੁਰੂ ਨਾਨਕ ਸਾਹਿਬ ਦੇ ਬਾਬਾ ਜੀ ਕਹਿੰਦੇ ਵੀ ਜੋਗੀ ਅੱਜ ਵੀ ਕੁਝ ਠੀਕ ਟਾਈਮ ਤੇ ਨਹੀਂ ਆਏ। ਇਸ ਕਿਸਮ ਦੀ ਬਾਤ ਸਾਰੀ ਚੱਲ ਰਹੀ ਹੈ ਤੇ ਚੀਜ਼ਾਂ ਹੋ ਰਹੀਆਂ ਨੇ। ਖੈਰ ਉਹ ਕਹਿਣ ਲੱਗੇ ਕਿ ਅੱਜ ਇਸ ਤਰ੍ਹਾਂ ਅੱਜ ਅਸੀਂ ਜਾਣਾ ਕਿਤੇ ਨੇ, ਅੱਜ ਅਸੀਂ ਠਹਿਰਾਂਗੇ ਇੱਥੇ। ਬਾਬਾ ਜੀ ਕਹਿੰਦੇ ਠੀਕ ਹੈ ਜੀ, ਠਹਿਰ ਜਾਓ ਇੱਥੇ। ਠਹਿਰ ਗਏ। ਜਦੋਂ ਕਿਤੇ ਸ਼ਾਮ ਪੈ ਰਹੀ ਹੈ ਤੇ ਬਾਬਾ ਜੀ ਕਹਿੰਦੇ ਵੀ ਭਾਈ ਅਸੀਂ ਠਹਿਰਨਾ ਨਹੀਂ, ਅਸੀਂ ਕਿਤੇ ਨਾਲ ਦੇ ਕਿਤੇ ਦੂਰ ਨਗਰ ਜਾਣਾ ਹੈ, ਉੱਥੇ ਕੁਝ ਤਿਮਾਰਦਾਰੀ ਦਾ ਕੰਮ ਹੈ ਸਾਡਾ, ਭਾਵ ਕਿਸੇ ਕੁਝ ਲੋਕ ਲੋੜਵੰਦ ਨੇ, ਉਹਨਾਂ ਨੂੰ ਦਵਾਈ ਦਾਰੂ ਦੇਣੀ ਹੈ ਸਭ। ਖੈਰ ਉਹ ਜਦੋਂ ਇਸ ਕਿਸਮ ਦਾ ਬਾਬਾ ਜੀ ਦਾ ਵਿਹਾਰ ਦੇਖਿਆ, ਉਹਨੂੰ ਲੱਗਾ ਵੀ ਨਹੀਂ ਭਾਈ ਇਕੱਲੇ ਸ਼ੂਦਰ ਨਹੀਂ, ਵੈਸ਼ ਨਹੀਂ, ਇਹਨਾਂ 'ਚ ਇਨਸਾਨੀਅਤ ਵੀ ਹੈ, ਇਨਸਾਨੀਅਤ ਦੀ ਸੇਵਾ ਕਰਦੇ ਥੋੜ੍ਹੀ ਬਹੁਤੀ ਇਸ ਰੂਪ ਦੇ ਵਿੱਚ। ਖੈਰ ਉਹ ਬਾਤ ਇਸ ਕਿਸਮ ਦੀ ਹੋਈ। ਰਾਤ ਆ ਕੇ ਠਹਿਰੇ, ਦਿਨ ਚੜ੍ਹਿਆ। ਪ੍ਰਭਾਤ ਹੋਣ ਤੋਂ ਪਹਿਲਾਂ ਸਾਰਾ ਨਗਰ ਆਲਮੋਸਟ ਉੱਠ ਗਿਆ, ਸੰਗਤਾਂ ਉੱਠੀਆਂ, ਧਰਮਸ਼ਾਲਾ ਲੱਗੀ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ, ਰੱਬੀ ਜਿਹੜਾ ਬਚਨ ਗਾਏ ਜਾ ਰਹੇ। ਬਾਬਾ ਜੀ ਆਪ ਵਿੱਚ ਵਿਦਮਾਨ ਨੇ, ਆਪ ਅਲਾਹੀ ਬਚਨ ਗਾਉਂਦੇ ਸੁਣਾਉਂਦੇ। ਜਿੱਥੇ ਗੁਰੂ ਨਾਨਕ ਸਰੀਖੀ ਰੂਹ ਆਪ ਬੈਠ ਕੇ ਬਚਨ ਗਾ ਤੇ ਸੁਣਾ ਰਹੀ ਹੋਏਗੀ, ਆਪ ਅੰਦਾਜ਼ਾ ਲਾਓ ਕੈਸਾ ਮਾਹੌਲ ਹੋਏਗਾ। ਜਦੋਂ ਸਾਰੀ ਬਾਤ ਹੋਈ, ਜੋਗੀਆਂ ਨੂੰ ਮਹਿਸੂਸ ਹੋਇਆ, ਓ ਹੋ ਇਹ ਕਰਤਾਰਪੁਰ ਸ਼ੂਦਰਾਂ ਦੀ ਨਗਰੀ ਨਹੀਂ, ਇਹ ਵੈਸ਼ਾਂ ਦੀ ਨਗਰੀ ਵੀ ਨਹੀਂ, ਇਹ ਇਨਸਾਨਾਂ ਦੀ ਨਗਰੀ ਵੀ ਨਹੀਂ, ਇਹ ਅਸਲ 'ਚ ਬ੍ਰਹਮ ਨਗਰੀ ਹੈ। ਇਹ ਤੇ ਪਰਮੇਸ਼ਰ ਦਾ ਘਰ ਹੈ। ਕਿਆ ਇਹ ਲੋਕਾਂ ਦੀ ਕਿਉਂ ਨਾ ਸੁਰਤ ਇੰਨੀ ਉੱਚੀ ਹੋਏਗੀ? ਸੰਗਤ ਦਾ ਰੰਗ ਮਾਣਿਆ ਉਹਨਾਂ ਨੇ। ਫਿਰ ਉਹ ਰਹਿ ਨਾ ਪਾਏ, ਉਹਨਾਂ ਨੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ, ਅਸੀਂ ਐਕਸਪੀਰੀਅੰਸ ਕੀਤਾ। ਬਾਬਾ ਜੀ ਕਹਿਣ ਲੱਗੇ ਸੱਚ ਇਹ ਹੈ, ਸਿੱਖ ਸਾਰਾ ਕੁਛ ਹੀ ਹੈ। ਸਿੱਖ ਇਸ ਸੰਸਾਰ ਦੇ ਹਰ ਕਾਰਜ 'ਚ ਆਪਣੇ ਆਪ ਨੂੰ ਨਿਪੁੰਨ ਕਰੇਗਾ, ਕਿਉਂਕਿ ਇਹ ਸੰਸਾਰ ਇਹੀ ਹੈ। ਇਹ ਸੰਸਾਰ ਜਿਹਨੂੰ ਤੁਸੀਂ ਅੱਜ ਇੰਗਲਿਸ਼ ਲੈਂਗੁਏਜ 'ਚ ਯੂਜ਼ ਕਰਦੇ ਮੈਨਿਊਰ। ਮੈਨਿਊਰ ਇਜ਼ ਅ ਗੁੱਡ ਵਰਡ। ਜਿਹੜੀ ਸਾਰੀ ਟੌਪ ਸੋਇਲ ਆ, ਇਹਦੇ 'ਚ ਗੋਇਆ ਪਾਇਆ ਜਾਏ, ਮੈਨਿਊਰ ਪਾਇਆ ਜਾਏ, ਤਾਂ ਜਾ ਕੇ ਚੀਜ਼ਾਂ ਪੈਦਾ ਹੁੰਦੀਆਂ ਵਧੀਆ। ਜਿਹੜੀਆਂ ਮੁਸ਼ੱਕਤਾਂ, ਮਿਹਨਤਾਂ, ਇਹ ਸਭ ਚੀਜ਼ਾਂ ਨੇ, ਸਕਿੱਲ ਸਿੱਖਣੀ, ਹੁਨਰ ਸਿੱਖਣਾ, ਸੰਸਾਰ ਵਿੱਚ ਜੀਣਾ, ਇਹ ਮੈਨਿਊਰ ਕਰਨਾ ਆ, ਇਹ ਤੋਂ ਭੱਜਣਾ ਨਹੀਂਗਾ। ਪਰ ਇਹਦੇ ਵਿੱਚ ਇੱਕ ਚੀਜ਼ ਦਾ ਖਿਆਲ ਕੀਤਾ ਜਾਏ, there is a big difference between ਜਿਹੜੀ ਕਲਰਾਠੀ ਮਿੱਟੀ ਹੁੰਦੀ ਹੈ ਤੇ ਜਿਹੜੀ ਮੈਨਿਊਰ ਵਾਲੀ ਟੌਪ ਸੋਇਲ ਹੁੰਦੀ ਹੈ। ਇਹੋ ਜਿਹੀ ਗੱਲ ਹੈ। ਬੰਦਾ ਜਦੋਂ ਇਸ ਸੰਸਾਰ ਵਿੱਚ ਕੰਮਾਂ ਕਾਰਾਂ ਵਿੱਚ ਲੱਗਦਾ ਤੇ ਕਹਿ ਲਓ ਕਿ ਜਿਸ ਨੂੰ ਕਹਿ ਲਓ ਲੋਕਾਚਾਰ ਦੇ ਵਿੱਚ, ਲੋਕ ਵਿਹਾਰ ਵਿੱਚ ਲੱਗ ਕੇ ਚਲਾਕੀਆਂ ਕਰਨ ਲੱਗ ਜਾਣਾ, ਇਹੋ ਜਿਹੇ ਜੀਵਨ ਵਿਹਾਰ ਨੂੰ ਅਡਾਪਟ ਕਰ ਲੈਣਾ ਜਿਹੜਾ ਆਮ ਲੋਕ ਕਰਦੇ ਆਲੇ ਦੁਆਲੇ। ਬਾਬਾ ਜੀ ਨੇ ਕਿਹਾ ਇਹ ਸੰਸਾਰ ਨਹੀਂਗਾ, ਇਹ ਸੰਸਾਰ ਇਸ ਤਰ੍ਹਾਂ ਨਹੀਂ। ਹਾਂ ਸੰਸਾਰ ਲੋਕ ਕਰਦੇ ਨੇ, ਪਏ ਕਰਨ, ਕੋਈ ਬਾਤ ਨਹੀਂ ਇਹਦੇ 'ਚ। ਇਹ ਸਪੋਜ਼ ਇਹਨੂੰ ਹੋਰ ਸਰਲ ਕਰਕੇ ਬਿਆਨ ਕਰ ਦਿੰਦਾ ਵਾ। ਕਈ ਵਾਰੀ ਚੀਜ਼ਾਂ ਵਿਹਾਰਕ ਰੂਪ ਵਿੱਚ ਸਮਝ ਆਉਂਦੀਆਂ। ਮੈਨੂੰ ਯਾਦ ਹੈ ਇੱਥੇ ਸਾਡੇ ਪਰਿਵਾਰ ਸੀਗਾ ਤੇ ਉਹ ਬੱਚੇ ਮਤਲਬ ਆਊਟ ਆਫ ਕਹਿ ਲਓ ਕਿ ਮੇਨ ਸਿਟੀ ਤੋਂ ਰਹਿੰਦੇ ਸੀ ਆਪ। ਬੱਚਿਆਂ ਦੇ ਉੱਤੇ ਪ੍ਰਭਾਵ ਪੈਣ ਲੱਗਾ ਆਲੇ ਦੁਆਲੇ ਦਾ। ਤੇ ਉਹਦਾ ਜਿਹੜਾ ਫਰੈਂਡ ਆ ਤੇ ਉਹ ਕਹਿੰਦਾ ਕਿ ਅਸੀਂ ਪਹਿਲੀ ਵਾਰੀ ਕੱਲ੍ਹ ਬੀਅਰ ਇੰਜੋਏ ਕੀਤੀ, ਇੱਕ ਏਜ ਲਿਮਿਟ ਤੋਂ ਬਾਅਦ ਮੇਰੇ ਫਾਦਰ ਨੇ ਮੈਨੂੰ ਲਿਆ ਕੇ ਦਿੱਤੀ ਐਂਡ ਵੀ ਰੀਲੀ ਹੈਵ ਗੁੱਡ ਟਾਈਮ। ਉਹ ਆਪਣੇ ਡੈਡ ਤੇ ਮਮ ਨੂੰ ਪੁੱਛਦਾ ਕਿ ਵੈਨ ਵੀ ਗੋਨਾ ਇੰਜੋਏ ਦੈਟ ਥਿੰਗ, ਬਿਕੋਜ਼ ਦੇ ਆਰ ਇੰਜੋਇੰਗ ਐਂਡ ਯੂ ਆਲਵੇਜ਼ ਸੇ ਵੀ ਆਰ ਇਕੁਅਲ, ਵੀ ਕੈਨ ਡੂ ਵਟ ਐਵਰ ਵੀ ਵਾਂਟ। ਉਹਨੇ ਮੈਨੂੰ ਕਿਹਾ ਭਾਈ ਸਾਹਿਬ ਆਹ ਗੱਲ ਬਣੀ ਹੈ। ਮੈਂ ਕਿਹਾ ਜੀ ਠੀਕ ਹੈ ਗੱਲ। ਉਸ ਨੂੰ ਕਹੋ ਕਿ ਭਾਈ ਗੱਲ ਇਹ ਹੈ, ਉਹ ਉਹਨਾਂ ਦਾ ਹਾਊਸ ਹੋਲਡ ਹੈ, ਸਾਡਾ ਹਾਊਸ ਹੋਲਡ ਆ। ਜਿਹੜੀਆਂ ਚੀਜ਼ਾਂ ਉਹਨਾਂ ਲਈ ਨੋਰਮ ਨੇ ਉਹ ਸਾਡੇ ਲਈ ਐਬਨੋਰਮ ਹੋ ਸਕਦੀਆਂ ਨੇ, ਜਿਹੜੀਆਂ ਚੀਜ਼ਾਂ ਸਾਡੇ ਲਈ ਐਬਨੋਰਮ ਨੇ ਉਹਨਾਂ ਲਈ ਉਹ ਹੋ ਸਕਦਾ ਜਿਹੜਾ ਨਾਰਮਲ ਹੋ ਸਕਣ ਉਸ ਰੂਪ ਦੇ ਵਿੱਚ। ਸਾਡੀਆਂ ਕੁਝ ਵੈਲਿਊਜ਼ ਨੇ, ਉਹਨਾਂ ਵੈਲਿਊਜ਼ ਨੂੰ ਅਸੀਂ ਫੋਲੋ ਕਰਦੇ ਹਾਂ ਬੇਟਾ, ਅੰਟਿਲ ਯੂ ਗੈਟ ਐਕਸਪੀਰੀਅੰਸ ਐਕਚੁਅਲੀ ਐਜ਼ ਏ ਮੈਚਿਓਰ ਪਰਸਨ। ਉਦੋਂ ਤੱਕ ਸਾਡੀਆਂ ਵੈਲਿਊਜ਼ ਦੇ ਨਾਲ ਆਪਣੀਆਂ ਵੈਲਿਊਜ਼ ਨੂੰ ਤੂੰ ਮਰਜ ਕਰਕੇ ਰੱਖਣਾ। ਜਦੋਂ ਤੋਂ ਤੂੰ ਮੈਚਿਓਰ ਹੋ ਗਿਆ, ਤੇ ਮੈਚਿਓਰਿਟੀ ਦਾ ਮਤਲਬ ਇੱਥੇ ਏਜ ਦਾ ਨੰਬਰ ਨਹੀਂਗਾ ਬੱਚੇ। ਮੈਚਿਓਰਿਟੀ ਦਾ ਮਤਲਬ ਇਹ ਹੈ ਤੂੰ ਉਸ ਜਗ੍ਹਾ ਤੇ ਜਿੱਥੇ ਅੱਜ ਅਸੀਂ ਖੜੇ ਹਾਂ, ਇੱਥੇ ਤੂੰ ਖੜਾ ਹੋ ਗਿਆ ਜਿਸ ਦਿਨ ਆ ਕੇ, ਜਦੋਂ ਤੂੰ ਫੈਮਿਲੀ ਦੀ ਰਿਸਪੌਂਸਿਬਿਲਿਟੀ ਸਮਝੀ,
जब तू कम्यूनिटी की रिस्पॉन्सिबिलिटी समझी, जिदन तू कार ड्राइव करेगा, तू सानू गुरुद्वारा साहब लैके जाएगा, तू कार ड्राइव करेगा सानू हॉस्पिटल लैके जाएगा, तू कार ड्राइव करेगा सानू किते ग्रोसरी शॉप ते लैके जाएगा, तू इस रूप दे विच तेरा पर्स होएगा, तेरा कार्ड होएगा यूज करने वास्ते। जिस दिन असीं तेनू पूछांगे बेटा आ चीज़ हो रही है, सानू एडवाइज कर, दैट टाइप ऑफ मैच्योरिटी लैवल, फिर तू डिसाइड करी कि इस वैल्यू सिस्टम को किस तरीके इंप्रूव करना है, किस तरीके कुछ डिक्रीज करना है, कुछ इनक्रीज करना है। ये है एक संसार बाबा नानक जी ने बना के दिता, तो क्या ये संसार बड़ा भलाया। जे संसार जोगी कहिंदे, बाबा जी कहिंदे वो संसार नहीं, आ संसार इस तरह तरना आ, यदि बात हो रही है। ये बचन क्यों तरीया बिखिया संसार, इत्थे बात मैं पॉज कर रहा हूँ, आउंदे कल असीं बात इत्थों शुरू करांगे। समा हो गया, आवाज़ दे के कह देना जी, वाहिगुरू जी का खालसा, वाहिगुरू जी की फतेह।